13 ਅਗਸਤ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 13 ਅਗਸਤ ਦੇ ਇਤਿਹਾਸ ਬਾਰੇ। ਰਾਜਮਾਤਾ ਅਹਿल्याबाई ਹੋਲਕਰ ਦਾ ਦੇਹਾਂਤ 13 ਅਗਸਤ 1795 ਨੂੰ ਹੋਇਆ ਸੀ, ਜੋ ਕਿ ਮਰਾਠਾ ਸਾਮਰਾਜ ਦੀ ਮਸ਼ਹੂਰ ਸ਼ਾਸਕ ਸੀ। ਉਹ ਇੰਦੌਰ ਰਾਜ ਦੀ ਮਹਾਰਾਣੀ ਵਜੋਂ ਜਾਣੀ ਜਾਂਦੀ ਹੈ। ਉਹਨਾਂ ਦਾ ਜਨਮ 31 ਮਈ 1725 ਨੂੰ ਮਹਾਰਾਸ਼ਟਰ ਵਿੱਚ ਹੋਇਆ ਸੀ। ਅਹਿल्याबाई ਦਾ ਵਿਆਹ 1733 ਵਿੱਚ ਖੰਡੇਰਾਓ ਹੋਲਕਰ ਨਾਲ ਹੋਇਆ ਸੀ, ਜੋ ਕਿ ਇੰਦੌਰ ਦੇ ਮਹਾਰਾਜਾ ਮਲਹਾਰਰਾਓ ਹੋਲਕਰ ਦੇ ਪੁੱਤਰ ਸਨ। 1753 ਵਿੱਚ ਖੰਡੇਰਾਓ ਦੀ ਮੌਤ ਤੋਂ ਬਾਅਦ ਅਹਿल्याबाई ਨੂੰ ਰਾਜ ਦੀ ਵਾਗਡੋਰ ਸੰਭਾਲਣੀ ਪਈ। ਉਹਨਾਂ ਦੇ ਸਹੁਰੇ ਮਲਹਾਰਰਾਓ ਹੋਲਕਰ ਨੇ ਉਹਨਾਂ ਨੂੰ ਸ਼ਾਸਨ ਦੀ ਕਲਾ ਸਿਖਾਈ ਅਤੇ 1767 ਵਿੱਚ ਮਲਹਾਰਰਾਓ ਦੀ ਮੌਤ ਤੋਂ ਬਾਅਦ ਅਹਿल्याबाई ਨੇ ਮਹਾਰਾਣੀ ਦੇ ਰੂਪ ਵਿੱਚ ਇੰਦੌਰ ਰਾਜ ਦਾ ਰਾਜ ਸੰਭਾਲਿਆ। ਅਹਿल्याबाई ਹੋਲਕਰ ਨੂੰ ਇੱਕ ਨਿਪੁੰਨ ਅਤੇ ਨਿਰਪੱਖ ਸ਼ਾਸਕ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਨੇ ਆਪਣੇ ਰਾਜ ਵਿੱਚ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ। ਉਹਨਾਂ ਨੇ ਕਿਸਾਨਾਂ ਦੀ ਸਮੱਸਿਆਵਾਂ ਦੇ ਹੱਲ ਲਈ ਖੇਤੀਬਾੜੀ ਖੇਤਰ ਵਿੱਚ ਕਈ ਸੁਧਾਰ ਕੀਤੇ। ਇਸ ਦੇ ਨਾਲ ਹੀ ਉਹਨਾਂ ਨੇ ਕਈ ਧਾਰਮਿਕ ਸਥਾਨਾਂ ਦੇ ਨਿਰਮਾਣ ਅਤੇ ਪੁਨਰ ਨਿਰਮਾਣ ਕੀਤਾ, ਜਿਸ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ, ਸੋਮਨਾਥ ਮੰਦਿਰ, ਦਵਾਰਕਾ ਅਤੇ ਅਯੋਧਿਆ ਸ਼ਾਮਿਲ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਿੱਖਿਆ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਵੀ ਯੋਗਦਾਨ ਪਾਇਆ ਅਤੇ ਸਕੂਲ ਅਤੇ ਧਰਮਸ਼ਾਲਾ ਦਾ ਵੀ ਨਿਰਮਾਣ ਕਰਵਾਇਆ। 13 ਅਗਸਤ 1936 ਨੂੰ ਭੀਕਾਜੀ ਕਾਮਾ ਦਾ ਦੇਹਾਂਤ ਹੋਇਆ ਸੀ। ਉਹ ਇੱਕ ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੇ ਸਮਾਜ ਸੇਵਿਕਾ ਸਨ। ਮੈਡਮ ਭੀਕਾਜੀ ਕਾਮਾ 22 ਅਗਸਤ 1907 ਨੂੰ ਜਰਮਨੀ ਦੇ ਸਟਟਗਾਰਟ ਵਿੱਚ ਆਯੋਜਿਤ ਹੋਏ 7ਵੇਂ ਅੰਤਰਰਾਸ਼ਟਰੀ ਸਮਾਜਵਾਦੀ ਕਾਂਗਰਸ ਵਿੱਚ ਭਾਰਤ ਦਾ ਪਹਿਲਾ ਤਿਰੰਗਾ ਰਾਸ਼ਟਰੀ ਝੰਡਾ ਲਹਿਰਾਉਣ ਲਈ ਜਾਣੇ ਜਾਂਦੇ ਹਨ। ਉਹਨਾਂ ਦਾ ਜਨਮ 24 ਸਤੰਬਰ 1861 ਨੂੰ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ ਸੀ। ਭੀਕਾਜੀ ਨੇ ਮੁੱਢਲੀ ਸਿੱਖਿਆ ਮੁੰਬਈ ਤੋਂ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਹ ਬਾਲ ਗੰਗਾਧਰ ਤਿਲਕ ਅਤੇ ਲਾਲਾ ਲਾਜਪਤ ਰਾਏ ਵਰਗੇ ਸੁਤੰਤਰਤਾ ਸੈਨਾਨੀ ਦੇ ਸੰਪਰਕ ਵਿੱਚ ਆਈ ਅਤੇ ਭਾਰਤੀ ਆਜ਼ਾਦੀ ਲੜਾਈ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਦਾ ਪ੍ਰਸਿੱਧ ਨਾਰਾ ਸੀ ਕਿ ਭਾਰਤ ਆਜ਼ਾਦ ਹੋਣਾ ਚਾਹੀਦਾ ਹੈ, ਭਾਰਤ ਇੱਕ ਗਣਤੰਤਰ ਹੋਣਾ ਚਾਹੀਦਾ ਹੈ, ਭਾਰਤ ਵਿੱਚ ਏਕਤਾ ਹੋਣੀ ਚਾਹੀਦੀ ਹੈ। ਮੈਡਮ ਭੀਕਾਜੀ ਕਾਮਾ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਪ੍ਰਚਾਰ ਲਈ ਵੰਦੇ ਮਾਤਰਮ ਅਤੇ ਤਲਵਾਰ ਨਾਮੀ ਅਖਬਾਰਾਂ ਦੀ ਮਦਦ ਲਈ। ਭਾਰਤ ਦਾ ਝੰਡਾ ਜੋ ਉਹਨਾਂ ਨੇ ਜਰਮਨੀ ਦੇ ਸਟਟਗਾਰਟ ਵਿੱਚ ਲਹਿਰਾਇਆ ਸੀ, ਆਜ਼ਾਦੀ ਤੋਂ ਬਾਅਦ ਇਸ ਦਾ ਰੰਗ ਬਦਲਿਆ ਅਤੇ ਵੰਦੇ ਮਾਤਰਮ ਥਾਂ ਪਹਿਲਾਂ ਚਰਖਾ ਅਤੇ ਫਿਰ ਅਸ਼ੋਕ ਚੱਕਰ ਨੇ ਲੈ ਲਿਆ। ਪਰ ਦੇਸ਼ ਭਗਤਾਂ ਦੀ ਏਕਤਾ, ਅਖੰਡਤਾ ਅਤੇ ਅਨੇਕਤਾ ਦੀ ਭਾਵਨਾਵਾਂ ਵਿੱਚ ਕੋਈ ਫਰਕ ਨਹੀਂ ਪਿਆ। ਭਾਰਤ ਦੇ 1962 ਵਿੱਚ ਭਾਰਤ ਦੇ ਡਾਕ ਅਤੇ ਟੈਲੀਗ੍ਰਾਫ ਵਿਭਾਗ ਨੇ ਗਣਤੰਤਰ ਦਿਵਸ ਤੇ ਮੈਡਮ ਭੀਕਾਜੀ ਕਾਮਾ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ ਸੀ। ਫਲੋਰੈਂਸ ਨਾਈਟਿੰਗੇਲ ਦਾ ਦੇਹਾਂਤ 13 ਅਗਸਤ 1910 ਨੂੰ ਹੋਇਆ ਸੀ। ਉਹ ਇੱਕ ਮਸ਼ਹੂਰ ਬ੍ਰਿਟਿਸ਼ ਨਰਸ, ਸਮਾਜ ਸੁਧਾਰਕ ਸੀ ਅਤੇ ਆਧੁਨਿਕ ਨਰਸਿੰਗ ਦੀ ਸੰਸਥਾਪਕ ਮੰਨੀ ਜਾਂਦੀ ਸੀ। ਉਹਨਾਂ ਦੀ ਸਖਤ ਮਿਹਨਤ ਅਤੇ ਲਗਨ ਨੇ ਨਰਸਿੰਗ ਕਿੱਤੇ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਉਸਨੇ ਇੱਕ ਸਤਿਕਾਰਯੋਗ ਅਤੇ ਪੇਸ਼ੇਵਰ ਖੇਤਰ ਵਜੋਂ ਸਥਾਪਿਤ ਕੀਤਾ। ਫਲੋਰੈਂਸ ਨਾਈਟਿੰਗੇਲ ਦਾ ਜਨਮ 12 ਮਈ 1820 ਨੂੰ ਇਟਲੀ ਵਿੱਚ ਹੋਇਆ ਸੀ। ਉਹਨਾਂ ਨੇ ਆਪਣੇ ਸਮੇਂ ਦੀਆਂ ਪਰੰਪਰਾਵਾਂ ਦੇ ਖਿਲਾਫ ਜਾ ਕੇ ਨਰਸਿੰਗ ਨੂੰ ਆਪਣੇ ਕਰੀਅਰ ਵਜੋਂ ਚੁਣਿਆ, ਜਦਕਿ ਉਸ ਸਮੇਂ ਨਰਸਿੰਗ ਨੂੰ ਇੱਕ ਹੇਠਲੇ ਪੱਧਰ ਦੀ ਨੌਕਰੀ ਮੰਨਿਆ ਜਾਂਦਾ ਸੀ। 1853 ਵਿੱਚ ਕ੍ਰਿਮੀਆ ਯੁੱਧ ਸ਼ੁਰੂ ਹੋਣ ਤੋਂ ਬਾਅਦ ਫਲੋਰੈਂਸ ਨਾਈਟਿੰਗੇਲ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਫੌਜੀ ਹਸਪਤਾਲ ਵਿੱਚ ਸੁਧਾਰ ਕਰਨ ਲਈ ਭੇਜਿਆ ਗਿਆ ਸੀ। ਉਹਨਾਂ ਹਸਪਤਾਲ ਜਾ ਕੇ ਉੱਥੋਂ ਦੇ ਭਿਆਨਕ ਹਾਲਾਤ ਦੇਖੇ ਅਤੇ ਉਹਨਾਂ ਨੂੰ ਸੁਧਾਰਨ ਦਾ ਬੀੜਾ ਚੁੱਕਿਆ। ਉਹਨਾਂ ਨੇ ਸਫਾਈ ਅਤੇ ਬਿਹਤਰ ਡਾਕਟਰੀ ਸਹੂਲਤਾਂ ਦਾ ਪ੍ਰਬੰਧ ਕੀਤਾ, ਜਿਸ ਨਾਲ ਸੈਨਿਕਾਂ ਦੀ ਮੌਤ ਦਰ ਵਿੱਚ ਕਾਫੀ ਕਮੀ ਆਈ। ਆਪਣੇ ਕੰਮ ਦੇ ਦੌਰਾਨ ਉਹ ਆਪਣੇ ਹੱਥ ਵਿੱਚ ਲੈਂਪ ਲੈ ਕੇ ਰਾਤ ਨੂੰ ਜ਼ਖਮੀਆਂ ਦੀ ਦੇਖਭਾਲ ਕਰਦੀ ਸੀ, ਜਿਸ ਕਾਰਨ ਉਹਨਾਂ ਨੂੰ ਲੇਡੀ ਵਿਦ ਦ ਲੈਂਪ ਦਾ ਉਪਨਾਮ ਮਿਲਿਆ। 1807 ਵਿੱਚ ਉਹਨਾਂ ਨੇ ਲੰਡਨ ਵਿੱਚ ਨਾਈਟਿੰਗੇਲ ਟ੍ਰੇਨਿੰਗ ਸਕੂਲ ਦੀ ਸਥਾਪਨਾ ਕੀਤੀ, ਜੋ ਨਰਸਾਂ ਦੀ ਸਿਖਲਾਈ ਲਈ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ। ਫਲੋਰੈਂਸ ਨਾਈਟਿੰਗੇਲ ਨੇ ਸਿਹਤ ਅਤੇ ਹਸਪਤਾਲ ਪ੍ਰਬੰਧਨ ਦੇ ਬਹੁਤ ਸਾਰੇ ਲੇਖ ਅਤੇ ਕਿਤਾਬਾਂ ਲਿਖੀਆਂ। ਉਹਨਾਂ ਦੇ ਕੰਮ ਨੇ ਜਨਤਕ ਸਿਹਤ, ਹਸਪਤਾਲ ਪ੍ਰਣਾਲੀਆਂ ਅਤੇ ਨਰਸਿੰਗ ਵਿੱਚ ਸੁਧਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 13 ਅਗਸਤ 1953 ਨੂੰ ਭਾਰਤ ਵਿੱਚ ਬਣੇ ਪਹਿਲੇ ਜਹਾਜ਼ ਹਿੰਦੁਸਤਾਨ ਪ੍ਰੀਮੀਅਰ 2 ਨੇ ਆਪਣੀ ਪਹਿਲੀ ਉਡਾਨ ਭਰੀ ਸੀ। 2 ਸੀਟਾਂ ਵਾਲੇ ਇਸ ਜਹਾਜ਼ ਦਾ ਉਤਪਾਦਨ ਭਾਰਤੀ ਹਵਾਈ ਸੈਨਾ ਅਤੇ ਜਲ ਸੈਨਾ ਲਈ ਸਾਲ 1953 ਵਿੱਚ ਸ਼ੁਰੂ ਹੋਇਆ ਸੀ। ਕਿਹਾ ਜਾਂਦਾ ਹੈ ਕਿ ਜਹਾਜ਼ ਦਾ ਪਹਿਲਾ ਮਾਡਲ ਅਗਸਤ 1949 ਤੱਕ ਤਿਆਰ ਕੀਤਾ ਗਿਆ ਸੀ। ਨਾਗਰਿਕ ਉਡਿਆਨ ਮਹਾਨਿਦੇਸ਼ਾਲय ਅਤੇ ਭਾਰਤੀ ਹਵਾਈ ਸੈਨਾ ਸਮੇਤ ਕਈ ਅਧਿਕਾਰੀਆਂ ਦੁਆਰਾ ਇਸ ਦੀ ਜਾਂਚ ਕੀਤੀ ਗਈ ਸੀ। ਹਾਲਾਂਕਿ ਡਿਜ਼ਾਈਨ ਨੂੰ ਆਮ ਤੌਰ ਤੇ ਸਵੀਕਾਰ ਕੀਤਾ ਗਿਆ ਸੀ, ਪਰ ਸੁਧਾਰ ਲਈ ਕੁਝ ਸੁਝਾਅ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਫਰਵਰੀ 1950 ਤੱਕ ਹਵਾਈ ਜਹਾਜ਼ ਦਾ ਅੰਤਿਮ ਖਾਕਾ ਤਿਆਰ ਕੀਤਾ ਗਿਆ। 5 ਅਗਸਤ 1955 ਨੂੰ ਡਿਜ਼ਾਈਨ ਸਮੂਹ ਅਤੇ ਸਟਾਫ ਨੇ ਲਗਭਗ 40 ਮਿੰਟਾਂ ਦੀ ਇੱਕ ਨਿੱਜੀ ਉਡਾਨ ਚਲਾਈ ਗਈ ਸੀ। ਜਹਾਜ਼ ਨੂੰ ਪਹਿਲੀ ਵਾਰ 13 ਅਗਸਤ 1955 ਨੂੰ ਜਨਤਕ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਹ ਜਹਾਜ਼ ਵੀ ਪਹਿਲੀ ਵਾਰ ਸਾਲ 1958 ਵਿੱਚ ਭਾਰਤ ਤੋਂ ਬਾਹਰ ਭੇਜਿਆ ਗਿਆ ਸੀ। ਭਾਰਤ ਨੇ 1958 ਵਿੱਚ ਘਾਨਾ ਦੇਸ਼ ਨੂੰ ਕੁੱਲ 12 HT-2 ਜਹਾਜ਼ ਨਿਰਯਾਤ ਕੀਤੇ। ਜੂਨ 1958 ਵਿੱਚ HT-2 ਦਾ ਪ੍ਰਦਰਸ਼ਨ ਆਸਟ੍ਰੇਲੀਆ ਵਿੱਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇੱਕ ਸਿਵਲ ਰਜਿਸਟਰਡ HT-2 ਵੀ ਸਿੰਗਾਪੁਰ ਭੇਜਿਆ ਗਿਆ ਸੀ। ਤੁਹਾਨੂੰ ਦੱਸ ਦੇ ਕਿ ਜਹਾਜ਼ ਨੂੰ ਡਾਕਟਰ VM ਘਾਟਕੀ ਦੀ ਅਗਵਾਈ ਵਿੱਚ ਬਣਾਇਆ ਗਿਆ ਸੀ।
ਡਾਕਟਰ VM ਖਟਕੇ ਨੂੰ ਭਾਰਤੀ ਹਵਾਈ ਜਹਾਜ਼ ਉਦਯੋਗ ਦਾ ਵਿਸ਼ਵ ਪਿਤਾਮਾ ਕਿਹਾ ਜਾਂਦਾ ਹੈ। ਵਿਸ਼ਵ ਅੰਗਦਾਨ ਦਿਵਸ 13 ਅਗਸਤ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਉਹਨਾਂ ਲੋਕਾਂ ਦਾ ਸਨਮਾਨ ਕਰਦਾ ਹੈ ਜੋ ਕਿਸੇ ਹੋਰ ਦੀ ਜਾਨ ਬਚਾਉਣ ਲਈ ਆਪਣੇ ਅੰਗ ਦਾਨ ਕਰਦੇ ਹਨ। ਅੰਗਦਾਨ ਦਿਵਸ ਪਹਿਲੀ ਵਾਰ 3 ਅਗਸਤ 1994 ਨੂੰ ਮਨਾਇਆ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਕਾਰਨ ਇਹ ਸੀ ਕਿ ਇਸ ਦਿਨ ਭਾਰਤ ਵਿੱਚ ਪਹਿਲਾ ਸਫਲ ਮ੍ਰਿਤਕ ਦਾਨੀ ਦਾ ਦਿਲ ਟ੍ਰਾਂਸਪਲਾਂਟ ਹੋਇਆ ਸੀ। 2022 ਤੱਕ ਭਾਰਤ ਵਿੱਚ ਅੰਗਦਾਨ ਦਿਵਸ 27 ਨਵੰਬਰ ਨੂੰ ਮਨਾਇਆ ਜਾਂਦਾ ਸੀ। ਹਾਲਾਂਕਿ ਸਾਲ 2023 ਤੋਂ ਇਸ ਦਿਨ ਨੂੰ 3 ਅਗਸਤ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਅੰਗਦਾਨ ਦਿਵਸ ਮਨਾਉਣ ਦਾ ਮਕਸਦ ਲੋਕਾਂ ਵਿੱਚ ਅੰਗਦਾਨ ਪ੍ਰਤੀ ਜਾਗਰੂਕਤਾ ਫੈਲਾਉਣਾ, ਅੰਗਦਾਨ ਸੰਬੰਧੀ ਮਿੱਥਾਂ ਅਤੇ ਗਲਤ ਧਾਰਨਾਵਾਂ ਦੂਰ ਕਰਨਾ ਅਤੇ ਲੋਕਾਂ ਨੂੰ ਮੌਤ ਤੋਂ ਬਾਅਦ ਅੰਗਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਤੁਹਾਨੂੰ ਦੱਸ ਦਈਏ ਕਿ ਦੁਨੀਆ ਵਿੱਚ ਪਹਿਲੀ ਵਾਰ ਅੰਗਦਾਨ ਸਾਲ 1954 ਵਿੱਚ ਹੋਇਆ ਸੀ। ਰੋਨਾਲਡ ਹੈਰਿਕ ਨਾਂ ਦੇ ਵਿਅਕਤੀ ਨੇ ਆਪਣੇ ਜੁੜਵਾ ਭਰਾ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ। ਇਹ ਆਪਰੇਸ਼ਨ ਡਾਕਟਰ ਜੋਸਫ ਮਰੇ ਨੇ ਕੀਤਾ ਸੀ। ਇਸ ਦੇ ਲਈ ਉਹਨਾਂ ਨੂੰ 1990 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।